ਹੁਣ ਅਸੀਂ ਕਰਨ ਲੱਗੇ ਹਾਂ 6ਵੀਂ ਕਲਾਸ ਦਾ ਅਭਿਆਸ 10.1। ਅਭਿਆਸ ਦਾ ਨਾਮ ਹੈ ਜੀ ਖੇਤਰ ਮਿਤੀ। ਤੁਸੀਂ ਪਿਛਲੀਆਂ ਜਮਾਤਾਂ ਦੇ ਵਿੱਚ ਆਇਤ ਅਤੇ ਵਰਗ ਦੇ ਬਾਰੇ ਪੜ੍ਹ ਚੁੱਕੇ ਹੋ। ਦੇਖੋ ਚਾਰ ਭੁਜਾਵਾਂ ਵਾਲੀ ਬੰਦ ਆਕ੍ਰਿਤੀ ਜਿਹਦੇ ਵਿੱਚ ਆਮੋ ਸਾਹਮਣੀਆਂ ਭੁਜਾਵਾਂ ਬਰਾਬਰ ਸੀ, ਉਹਨਾਂ ਨੂੰ ਅਸੀਂ ਲੰਬਾਈ ਤੇ ਚੌੜਾਈ ਦਾ ਨਾਮ ਦਿੱਤਾ ਸੀ। ਜਿਹੜੀ ਭੁਜਾ ਵੱਧ ਲੰਬੀ ਹੈ ਲੰਬਾਈ, ਤੇ ਜਿਹੜੀ ਭੁਜਾ ਘੱਟ ਲੰਬੀ ਹੈ ਉਹਨੂੰ ਅਸੀਂ ਚੌੜਾਈ ਕਿਹਾ ਸੀ। ਤੇ ਅਜਿਹੀ ਆਕ੍ਰਿਤੀ ਦਾ ਨਾਮ ਅਸੀਂ ਰੱਖਿਆ ਸੀ ਜੀ ਆਇਤ। ਇਸੇ ਤਰੀਕੇ ਨਾਲ ਅਜਿਹੀ ਆਕ੍ਰਿਤੀ ਜਿਹਦੀਆਂ ਚਾਰੇ ਭੁਜਾਵਾਂ ਬਰਾਬਰ ਸੀ, ਜਿਨ੍ਹਾਂ ਦੇ ਮਾਪ ਬਰਾਬਰ ਸੀ, ਉਸ ਨੂੰ ਅਸੀਂ ਨਾਮ ਦਿੱਤਾ ਸੀ ਜੀ ਵਰਗ ਦਾ। ਇਹਨੂੰ ਸਕੁਏਅਰ ਵੀ ਕਹਿੰਦੇ ਆ ਇੰਗਲਿਸ਼ ਵਿੱਚ। ਆਇਤ ਨੂੰ ਰੈਕਟੈਂਗਲ ਬੋਲਿਆ ਜਾਂਦਾ ਹੈ। ਵਰਗ ਦੇ ਵਿੱਚ ਚਾਰੇ ਭੁਜਾਵਾਂ ਦੀਆਂ ਲੰਬਾਈਆਂ ਬਰਾਬਰ ਹੋਣ ਕਰਕੇ ਭੁਜਾ ਦਾ ਨਾਮ ਹੀ ਮੈਂ ਇੱਥੇ ਲਿਖ ਦਿੰਦਾ। ਚਲੋ ਨਾਮ ਪਾਈਏ ਆਇਤ ABCD, ਵਰਗ PQRS। ਮੰਨ ਲਓ ਜੇ ਤੁਸੀਂ ਆਇਤ ਦੇ ਕਿਨਾਰਿਆਂ ਦੇ ਉੱਤੇ ਵਾੜ ਲਗਾਉਣੀ ਹੋਵੇ ਤਾਂ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਕਿ ਇਸ ਵਾੜ ਦੀ ਲੰਬਾਈ ਕਿੰਨੀ ਹੈ? ਤੇ ਇਸੇ ਤਰੀਕੇ ਨਾਲ ਜਦੋਂ ਤੁਸੀਂ ਕਿਸੇ ਪਲਾਟ ਦੀ ਖਰੀਦਦਾਰੀ ਕਰਨੀ ਹੈ ਤਾਂ ਉਹਦਾ ਖੇਤਰਫਲ ਦਾ ਅੰਦਾਜ਼ਾ ਕਿਵੇਂ ਲਾਇਆ ਜਾ ਸਕਦਾ ਹੈ? ਯਾਨੀ ਕਿ ਉਸ ਪਲਾਟ ਨੇ ਕਿੰਨੀ ਜਗ੍ਹਾ ਘੇਰੀ ਹੋਈ ਹੈ, ਇਸ ਦਾ ਅੰਦਾਜ਼ਾ ਕਿਵੇਂ ਲੱਗ ਸਕਦਾ ਤੁਹਾਨੂੰ? ਤਾਂ ਇਸ ਲਈ ਅਸੀਂ ਦੋ ਧਾਰਨਾਵਾਂ ਦੀ ਵਰਤੋਂ ਕਰਾਂਗੇ। ਸਭ ਤੋਂ ਪਹਿਲੀ ਧਾਰਨਾ ਪਰਿਮਾਪ, ਜਿਸ ਨੂੰ ਘੇਰਾ ਵੀ ਬੋਲਿਆ ਜਾਂਦਾ ਹੈ। ਕਿਸੇ ਵੀ ਆਕ੍ਰਿਤੀ ਦੇ ਕਿਨਾਰਿਆਂ ਦੀਆਂ ਲੰਬਾਈਆਂ ਦਾ ਜੋੜ ਪਰਿਮਾਪ ਕਹਾਉਂਦਾ ਹੈ। ਕਿਸੇ ਆਕ੍ਰਿਤੀ ਦੇ ਕਿਨਾਰਿਆਂ ਦੀਆਂ ਲੰਬਾਈਆਂ ਦਾ ਜੋੜ, ਇਹ ਹੁੰਦਾ ਜੀ ਪਰਿਮਾਪ। ਯਾਨੀ ਕਿ ਜੇ ਤੁਸੀਂ ਆਇਤ ਦਾ ਪਰਿਮਾਪ ਪਤਾ ਕਰਨਾ ਹੈ ਤਾਂ ਕੀ ਕਰੋ, ਇਹਦੇ ਚਾਰੇ ਕਿਨਾਰਿਆਂ ਦੀਆਂ ਯਾਨੀ ਕਿ ਚਾਰਾਂ ਭੁਜਾਵਾਂ ਦੀਆਂ ਲੰਬਾਈਆਂ ਆਪਸ ਦੇ ਵਿੱਚ ਜੋੜ ਲਓ। ਇਸੇ ਤਰ੍ਹਾਂ ਵਰਗ ਦਾ ਪਰਿਮਾਪ ਪਤਾ ਕਰਨਾ ਹੈ ਤਾਂ ਕੀ ਕਰੋਗੇ ਜੀ, ਚਾਰੇ ਭੁਜਾਵਾਂ ਕਿਉਂਕਿ ਬਰਾਬਰ ਹੈ ਤਾਂ ਚਾਰਾਂ ਦਾ ਮਾਪ ਜੋੜ ਲਓ ਆਪਸ ਦੇ ਵਿੱਚ। ਤੇ ਇਸੇ ਤਰੀਕੇ ਨਾਲ ਜਿਹੜਾ ਖੇਤਰਫਲ ਹੁੰਦਾ ਹੈ, ਕਿਸੇ ਆਕ੍ਰਿਤੀ ਦੁਆਰਾ ਘੇਰਿਆ ਗਿਆ ਥਾਂ ਜਾਂ ਸਥਾਨ, ਕੋਈ ਵੀ ਆਕ੍ਰਿਤੀ ਕਿੰਨਾ ਥਾਂ ਘੇਰੇਗੀ ਇਹ ਉਹਦਾ ਖੇਤਰਫਲ ਕਹਾਉਂਦਾ ਹੈ। ਆਓ ਹੁਣ ਆਪਾਂ ਵਰਗ ਤੇ ਆਇਤ ਦੇ ਸੰਬੰਧ 'ਚ ਇਹਨਾਂ ਧਾਰਨਾਵਾਂ ਦਾ ਵਿਚਾਰ ਕਰੀਏ। ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਲੱਗੇ ਹਾਂ ਜੀ ਆਇਤ ਦੀ। ਉਸ ਤੋਂ ਬਾਅਦ ਵਰਗ ਦੀ, ਤਾਂ ਸਭ ਤੋਂ ਪਹਿਲੇ ਨੰਬਰ 'ਤੇ ਜੀ ਪਰਿਮਾਪ। ਅੱਛਾ ਹੁਣ ਨੋਟ ਕਰੋ, ਜਦੋਂ ਆਇਤ ਦਾ ਪਰਿਮਾਪ ਪਤਾ ਕਰਨਾ ਹੈ, ਲੰਬਾਈਆਂ ਦੇਖੋ ਦੋ ਵਾਰ ਆ ਰਹੀਆਂ, ਆਮੋ ਸਾਹਮਣੀਆਂ ਭੁਜਾਵਾਂ ਬਰਾਬਰ ਹੈ, ਤੇ ਇਸੇ ਤਰੀਕੇ ਨਾਲ ਚੌੜਾਈ ਹੈ ਉਹ ਵੀ ਦੋ ਵਾਰ ਆ ਰਹੀ ਹੈ। ਤਾਂ ਜਦੋਂ ਪਰਿਮਾਪ ਪਤਾ ਕਰਨਾ ਹੈ, ਦੋ ਵਾਰ ਲੰਬਾਈ ਜੁੜੇਗੀ, ਦੋ ਵਾਰ ਚੌੜਾਈ ਜੁੜੇਗੀ, ਹੈ ਨਾ। ਲੰਬਾਈ ਪਲੱਸ ਲੰਬਾਈ ਯਾਨੀ ਕਿ 2 ਗੁਣਾ ਲੰਬਾਈ, ਚੌੜਾਈ ਪਲੱਸ ਚੌੜਾਈ 2 ਗੁਣਾ ਚੌੜਾਈ। ਤਾਂ 2 ਕੱਢ ਲਓ ਜੀ ਸਾਂਝਾ, ਤਾਂ ਸਾਡਾ ਸੂਤਰ ਬਣ ਜਾਣਾ ਹੈ 2 ਗੁਣਾ ਲੰਬਾਈ ਪਲੱਸ ਚੌੜਾਈ। ਇਸੇ ਤਰੀਕੇ ਨਾਲ ਜਦੋਂ ਵਰਗ ਦਾ ਪਰਿਮਾਪ ਪਤਾ ਕਰਨਾ ਤੁਸੀਂ, ਤਾਂ ਦੇਖੋ ਚਾਰੇ ਭੁਜਾਵਾਂ ਦਾ ਮਾਪ ਆਪਸ ਵਿੱਚ ਬਰਾਬਰ ਹੈ। ਤਾਂ ਚਾਹੇ ਤੁਸੀਂ ਭੁਜਾ ਪਲੱਸ ਭੁਜਾ ਪਲੱਸ ਭੁਜਾ ਪਲੱਸ ਭੁਜਾ ਕਰ ਲਓ, ਯਾਨੀ ਕਿ 4 ਗੁਣਾ ਭੁਜਾ ਤੁਹਾਡਾ ਵਰਗ ਦਾ ਪਰਿਮਾਪ ਆ ਜਾਏਗਾ, 4 ਗੁਣਾ ਭੁਜਾ। ਇਸੇ ਤਰੀਕੇ ਨਾਲ ਜਦੋਂ ਤੁਸੀਂ ਖੇਤਰਫਲ ਪਤਾ ਕਰਨਾ ਹੈ, ਬਹੁਤ ਸੌਖਾ ਸੂਤਰ ਹੈ ਜੀ। ਆਇਤ ਦੇ ਕੇਸ ਦੇ ਵਿੱਚ ਲੰਬਾਈ ਨੂੰ ਚੌੜਾਈ ਨਾਲ ਗੁਣਾ ਕਰ ਲਓ, ਤੇ ਵਰਗ ਦੇ ਕੇਸ ਦੇ ਵਿੱਚ ਭੁਜਾ ਗੁਣਾ ਭੁਜਾ। ਤਾਂ ਇਹ ਤੁਹਾਡੇ ਸੂਤਰ ਬਣ ਚੁੱਕੇ ਹੈ। ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ ਕਿ
आयत का परिमाप 2 गुणा लंबाई प्लस चौड़ाई, वर्ग का परिमाप 4 गुणा भुजा, आयत का खेत्रफल लंबाई गुणा चौड़ाई तो वर्ग का खेत्रफल भुजा गुणा भुजा। आओ हुण आपां कुछ होर केसां ते विचार करिए। पेपर दे विच कई बार की हुंदा जी, तुहानूं ना आयत या वर्ग ना दे के कुछ इस तरीके का चतुर्भुज दिता हुंदा है। मान लो यदी भुजा 4 सेंटीमीटर है, यदी 3 सेंटीमीटर है, 2 सेंटीमीटर है तो 4 सेंटीमीटर है। हुण इसका परिमाप पता करने की है। हुण देखो ना तो ये वर्ग बनता है तो ना बनती है आयत। सो ना तो सूत्र आयत के परिमाप का लगेगा ना वर्ग के परिमाप का लगेगा। सानू पता है कि परिमाप हुंदा है बाहरी किनारियां दियां लंबाइयां का जोड़। तो इत्थे मैं लिखन लगा चतुर्भुज का परिमाप, चलो यदा नाम पा लें ABCD। तो चारे किनारियां दियां लंबाइयां जोड़ो। पहला AB किनारे की लंबाई 4 सेंटीमीटर, BC की लंबाई 3 सेंटीमीटर, CD की लंबाई 2 सेंटीमीटर, DA की लंबाई 4 सेंटीमीटर। AB हेठा उहदा माप 4 सेंटीमीटर लिखो, BC हेठा माप 3 सेंटीमीटर, CD हेठा 2 सेंटीमीटर, DA हेठा 4 सेंटीमीटर। जोड़ करिए 4 3 7 2 9 ते 4, कुल जोड़ करके आ गया जी 13 सेंटीमीटर आंसर। इस तरीके नाल मान लो तुहानूं एक त्रिकोण दिती है जिहदियां भुजावां 3 सेंटीमीटर, 4 सेंटीमीटर ते 3.5 सेंटीमीटर हैं। तो हुण तुसीं त्रिभुज का परिमाप पता करना है। तो किस तरह पता किया जाऊगा? तिन्ने भुजावां दे मापां नूं आपस में जोड़ लो। अच्छा हुण देखो दशमलव वाली जोड़ का ध्यान रखियो, दशमलव उत्ते दशमलव, पिछे एक अंक है तो दशमलव तो बाद एक सिफर लगा के समान दशमलव च बदल लो। ये आ गया जी 0 + 0 + 5 5, दशमलव हेठा दशमलव, 3 4 7 3 10, 10.5 सेंटीमीटर आंसर। कई बार ना कुछ खास आकृतियां दित्तियां होंदियां, जिवें समभुजी त्रिकोण की आपां गल कर लीए जिहदियां तिन्ने भुजावां बराबर है। मान लवो 4 सेंटीमीटर, 4 सेंटीमीटर ते 4 सेंटीमीटर। तो इस केस दे विच समभुजी त्रिभुज का परिमाप नोट करो, 3 भुजावां बराबर है तो भुजा नूं 3 बार जोड़ लो, चाहे 3 नाल गुणा कर लो, एको ही गल हुंदी है। तो इहदा सूत्र आपां 3 गुणा भुजा बना लैंदे आ। एक भुजा की लंबाई है 4 सेंटीमीटर, 3 चौके 12 सेंटीमीटर आंसर। इस तरीके नाल मान लवो तुहानूं सम 5 भुज दिता गया जिहदियां 5 भुजावां आकृति दियां ते 5 बराबर है। तो तुसीं की लिखोगे जी? सम 5 भुज का परिमाप। 5 भुजावां बराबर है, मान लवो 3 सेंटीमीटर के हिसाब नाल आपां सवाल हल करते हैं। तो 5 भुजावां बराबर है तो भुजा नूं 5 बार जोड़न की बजाय 5 नाल गुणा कर दो। 5 × 3 15 सेंटीमीटर आंसर। इस तरीके नाल सम 6 भुज हुंदा तो 6 नाल गुणा कर लैंदे। आओ हुण असीं इहदे प्रश्न हल करके देखिए। अभ्यास 10.1 के प्रश्न। लो जी पहला प्रश्न है, हेठा दित्तियां आकृतियां का परिमाप पता करो। आपां करदे हां जी इहदा सी पार्ट। मैनूं चतुर्भुज दिता है 15 सेंटीमीटर, 15 सेंटीमीटर, 15 सेंटीमीटर ते 15 सेंटीमीटर। चारे भुजावां बराबर तो हैं पर कोण 90 डिग्री के नहीं बन रहे किनारियां ते, सो ये वर्ग नहीं है। तो मैं इत्थे लिखूँगा चतुर्भुज का परिमाप। पहला का नाम पा दीए ABCD। चारे भुजावां जोड़ांगा जी AB + BC + CD + DA। AB का माप 15 सेंटीमीटर, BC का माप 15 सेंटीमीटर, CD का माप 15 सेंटीमीटर, DA का माप 15 सेंटीमीटर। जोड़ के कितना आ गया जी 60 सेंटीमीटर आंसर। आओ अगला प्रश्न आप हल करके देखिए। बाकी प्रश्न पहले भाग के इस तरीके नाल कर लेने तुसीं खुद। हुण दूसरा प्रश्न नोट करो। 40 सेंटीमीटर लंबाई ਅਤੇ 10 सेंटीमीटर चौड़ाई वाले एक आयताकार डब्बे के ढक्कन नूं चारे पासे टेप नाल बंद कर दिता। लोड़ींदी टेप की लंबाई पता करो।
ਮੰਨ ਲਵੋ ਇਹ ਇੱਕ ਡੱਬਾ ਹੈ ਜਿਹਦੀ ਲੰਬਾਈ ਹੈ 40 ਸੈਂਟੀਮੀਟਰ ਤੇ ਚੌੜਾਈ ਹੈ 10 ਸੈਂਟੀਮੀਟਰ। ਇਹਦੇ ਕਿਨਾਰਿਆਂ ਤੇ ਟੇਪ ਲੱਗ ਗਈ। ਨੋਟ ਕਰੋ, ਇਹ ਆਇਤਾਕਾਰ ਡੱਬਾ ਹੈ ਤੇ ਜੇ ਕਿਨਾਰਿਆਂ ਦੀ ਗੱਲ ਕਰ ਰਹੇ ਹੋ ਤਾਂ ਤੁਹਾਨੂੰ ਪਰਿਮਾਪ ਪਤਾ ਕਰਨਾ ਪਏਗਾ। ਟੇਪ ਕਿੱਥੇ ਲੱਗੀ ਹੈ? ਚਾਰੇ ਕਿਨਾਰਿਆਂ ਤੇ, ਯਾਨੀ ਕਿ ਤੁਸੀਂ ਕੀ ਪਤਾ ਕਰਨਾ ਹੈ ਅਸਲ ਵਿੱਚ? ਪਰਿਮਾਪ। ਲਓ ਤਾਂ ਅਸੀਂ ਲਿਖਦੇ ਹਾਂ ਸਭ ਤੋਂ ਪਹਿਲਾਂ ਢੱਕਣ ਦੀ ਲੰਬਾਈ ਬਰਾਬਰ 40 ਸੈਂਟੀਮੀਟਰ, ਢੱਕਣ ਦੀ ਚੌੜਾਈ ਬਰਾਬਰ 10 ਸੈਂਟੀਮੀਟਰ। ਇਸ ਲਈ ਕਿਨਾਰਿਆਂ ਉੱਤੇ ਲੱਗਣ ਵਾਲੀ ਟੇਪ ਦਾ ਖੇਤਰਫਲ ਟੇਪ ਦੀ ਲੰਬਾਈ, ਯਾਨੀ ਕਿ ਸਾਨੂੰ ਕਿੰਨੀ ਟੇਪ ਚਾਹੀਦੀ ਹੈ? ਬਰਾਬਰ ਹੈ ਢੱਕਣ ਦਾ ਪਰਿਮਾਪ। ਤੇ ਧਿਆਨਪੂਰਵਕ ਦੇਖੋ, ਡੱਬੇ ਦਾ ਢੱਕਣ ਸਾਡੇ ਕੋਲ ਆਇਤਾਕਾਰ ਹੈ, ਲੰਬਾਈ 40 ਸੈਂਟੀਮੀਟਰ, ਚੌੜਾਈ 10 ਸੈਂਟੀਮੀਟਰ। ਤਾਂ ਲਾ ਦਈਏ ਜੀ ਅੱਜ ਦਾ ਫਾਰਮੂਲਾ, 2 ਗੁਣਾ ਬ੍ਰੈਕਟ 'ਚ ਲੰਬਾਈ ਪਲੱਸ ਚੌੜਾਈ। ਲੰਬਾਈ ਦੀ ਜਗ੍ਹਾ 'ਤੇ 40 ਸੈਂਟੀਮੀਟਰ, ਚੌੜਾਈ ਦੀ ਜਗ੍ਹਾ 'ਤੇ 10 ਸੈਂਟੀਮੀਟਰ। ਪਹਿਲਾਂ ਬ੍ਰੈਕਟ ਹੱਲ ਕਰੀਏ। 40 'ਚ 10 ਜੋੜੇ 50, 50 ਨੂੰ 2 ਨਾਲ ਗੁਣਾ ਕੀਤਾ, 100 ਸੈਂਟੀਮੀਟਰ ਟੇਪ ਦੀ ਲੰਬਾਈ ਆ ਚੁੱਕੀ ਹੈ। ਆਓ ਅਗਲਾ ਪ੍ਰਸ਼ਨ ਹੋਰ ਦੇਖਦੇ ਹਾਂ। ਅੱਛਾ, ਇਸੇ ਤਰੀਕੇ ਨਾਲ ਚੌਥਾ ਪ੍ਰਸ਼ਨ ਹੈ, 32 ਸੈਂਟੀਮੀਟਰ ਲੰਬਾਈ ਅਤੇ 21 ਸੈਂਟੀਮੀਟਰ ਚੌੜਾਈ ਵਾਲੇ ਇੱਕ ਫੋਟੋ ਨੂੰ ਲੱਕੜ ਦੀ ਪੱਟੀ ਨਾਲ ਫਰੇਮ ਕਰਨਾ ਹੈ। ਤੁਹਾਡੇ ਘਰਾਂ ਦੇ ਵਿੱਚ ਦੇਖਿਆ ਤੁਸੀਂ, ਦੀਵਾਰਾਂ ਦੇ ਉੱਤੇ ਤਸਵੀਰਾਂ ਟੰਗੀਆਂ ਹੁੰਦੀਆਂ ਹੈ, ਬੜੇ ਸੁੰਦਰ ਸੁੰਦਰ ਫਰੇਮ ਲੱਗੇ ਹੁੰਦੇ ਹੈ। ਅਤੇ ਇਸੇ ਤਰੀਕੇ ਦੇ ਨਾਲ ਇੱਕ ਫਰੇਮ ਹੈ ਜਿਹੜਾ, ਉਹਦੇ ਲੰਬਾਈ ਹੈ ਫਰੇਮ ਦੀ 32 ਸੈਂਟੀਮੀਟਰ ਅਤੇ ਚੌੜਾਈ ਹੈ ਜੀ 21 ਸੈਂਟੀਮੀਟਰ। ਲੱਕੜ ਦੇ ਨਾਲ ਢੱਕਿਆ, ਕਿਨਾਰਿਆਂ 'ਤੇ ਲੱਕੜੀ ਲੱਗੀ ਹੋਈ ਹੈ। ਤਾਂ ਦੱਸੋ ਜੀ ਲੱਕੜ ਦੀ ਪੱਟੀ ਦੀ ਲੰਬਾਈ ਕਿੰਨੀ ਹੋਏਗੀ? ਲੱਕੜ ਦੀ ਪੱਟੀ ਲੱਗੀ ਕਿੱਥੇ ਕਿੱਥੇ ਹੈ? ਉਹਦੇ ਚਾਰੇ ਕਿਨਾਰਿਆਂ 'ਤੇ, ਯਾਨੀ ਕਿ ਪਰਿਮਾਪ 'ਤੇ। ਬਸ ਫੋਟੋ ਦਾ ਤੁਸੀਂ ਪਰਿਮਾਪ ਪਤਾ ਕਰ ਲਓ, ਤੁਹਾਨੂੰ ਪਤਾ ਲੱਗ ਜਾਏਗਾ ਲੱਕੜ ਦੀ ਪੱਟੀ ਕਿੰਨੀ ਚਾਹੀਦੀ ਹੈ। ਲਓ ਜੀ ਮੈਂ ਲਿਖਣ ਲੱਗਾ, ਫੋਟੋ ਦੀ ਲੰਬਾਈ ਬਰਾਬਰ ਹੈ ਜੀ 32 ਸੈਂਟੀਮੀਟਰ, ਫੋਟੋ ਦੀ ਚੌੜਾਈ ਬਰਾਬਰ ਹੈ ਜੀ 21 ਸੈਂਟੀਮੀਟਰ। ਇਸ ਲਈ ਲੱਕੜ ਦੀ ਪੱਟੀ ਦੀ ਲੰਬਾਈ, ਯਾਨੀ ਕਿ ਕਿਨਾਰਿਆਂ 'ਤੇ ਕਿੰਨੀ ਲੱਕੜ ਦੀ ਪੱਟੀ ਲੱਗੇਗੀ, ਬਰਾਬਰ ਹੈ ਆਇਤਾਕਾਰ ਫੋਟੋ ਦਾ ਪਰਿਮਾਪ 2 ਗੁਣਾ ਲੰਬਾਈ ਪਲੱਸ ਚੌੜਾਈ। ਲਓ ਲੰਬਾਈ 32, ਚੌੜਾਈ 21। ਅੱਛਾ ਪਹਿਲਾਂ ਬ੍ਰੈਕਟ ਸੋਲਵ ਕਰੀਏ। 32 ਦੇ ਵਿੱਚ 21 ਜੋੜੋਗੇ, ਇਹ ਬਣ ਜਾਣਾ ਜੀ 53, 53 ਦੂਣਾ 106 ਸੈਂਟੀਮੀਟਰ। ਆਨਸਰ। ਆਓ ਅਗਲਾ ਪ੍ਰਸ਼ਨ ਕਰਕੇ ਦੇਖੀਏ ਆਪਾਂ। ਪੰਜਵਾਂ ਪ੍ਰਸ਼ਨ ਹੈ, ਇੱਕ ਆਇਤਾਕਾਰ ਮੈਦਾਨ ਦੀ ਲੰਬਾਈ ਅਤੇ ਚੌੜਾਈ ਕ੍ਰਮਵਾਰ 0.7 ਕਿਲੋਮੀਟਰ ਅਤੇ 0.5 ਕਿਲੋਮੀਟਰ ਹੈ। ਇੱਕ ਮੈਦਾਨ ਆਇਤਾਕਾਰ ਹੈ, ਲੰਬਾਈ ਦੇਤੀ ਅਤੇ ਚੌੜਾਈ ਦੇਤੀ। ਉਹਦੇ ਚਾਰੇ ਪਾਸੇ ਤਾਰ ਰਾਹੀਂ 4 ਕਤਾਰਾਂ ਦੀ ਵਾੜ ਲਗਾਉਣੀ ਹੈ। ਜਿਹੜੀ ਵਾੜ ਹੈ ਉਹ ਕਿੱਥੇ ਕਿੱਥੇ ਲੱਗਦੀ ਹੈ? ਸਿਰਫ ਕਿਨਾਰਿਆਂ 'ਤੇ, ਯਾਨੀ ਕਿ ਸਾਨੂੰ ਇਹਦਾ ਪਤਾ ਕਰਨਾ ਪੈਣਾ ਪਰਿਮਾਪ। ਜਿੰਨਾ ਇਹਦਾ ਪਰਿਮਾਪ ਹੈ, ਇੱਕ ਵਾਰ ਦੇ ਵਿੱਚ ਓਨੀ ਲੰਬੀ ਵਾੜ ਲੱਗ ਜਾਏਗੀ। ਅਤੇ ਸਾਨੂੰ ਕੀ ਬਣਾਉਣਾ ਹੈ? 4 ਕਤਾਰਾਂ ਬਣਾਉਣੀਆਂ ਸੀ ਵਾੜ ਦੀਆਂ, ਯਾਨੀ ਕਿ 4 ਨਾਲ ਗੁਣਾ ਕਰ ਲਈਓ, ਤੁਹਾਨੂੰ ਪਤਾ ਲੱਗ ਜਾਊਗਾ ਤਾਰ ਕਿੰਨੀ ਚਾਹੀਦੀ ਹੈ। ਲਓ ਲਿਖਦੇ ਹਾਂ ਆਪਾਂ। ਪੰਜਵਾਂ ਪ੍ਰਸ਼ਨ, ਆਇਤਾਕਾਰ ਮੈਦਾਨ ਦੀ ਲੰਬਾਈ 0.7 ਕਿਲੋਮੀਟਰ, ਆਇਤਾਕਾਰ ਮੈਦਾਨ ਦੀ ਚੌੜਾਈ 0.5 ਕਿਲੋਮੀਟਰ, ਆਇਤਾਕਾਰ ਮੈਦਾਨ ਦਾ ਪਰਿਮਾਪ ਇਹ ਆ ਜਾਏਗਾ ਜੀ 2 ਗੁਣਾ ਲੰਬਾਈ ਪਲੱਸ ਚੌੜਾਈ। ਅੱਛਾ ਹੁਣ ਨੋਟ ਕਰੋ, ਲੰਬਾਈ ਹੈ 0.7 ਕਿਲੋਮੀਟਰ, ਚੌੜਾਈ ਹੈ 0.5 ਕਿਲੋਮੀਟਰ। ਦਸ਼ਮਲਵ ਦੀ ਜੋੜ ਬੜੇ ਧਿਆਨਪੂਰਵਕ ਕਰਿਓ। ਦਸ਼ਮਲਵ ਹੇਠਾਂ ਦਸ਼ਮਲਵ, 7 ਤੇ 5 12, ਹੰਸ ਲਾਇਆ 1, ਦਸ਼ਮਲਵ ਹੇਠਾਂ ਦਸ਼ਮਲਵ, 1 + 0 + 0 1, 2 ਗੁਣਾ 1.2। ਅੱਛਾ 1.2 ਨੂੰ 2 ਤੇ ਗੁਣਾ ਕਰੀਏ, 12 ਦੂਣਾ 24, ਦਸ਼ਮਲਵ ਤੋਂ ਬਾਅਦ 1 ਅੰਕ ਹੈ, ਅਖੀਰਲੇ ਪਾਸੋਂ 1 ਅੰਕ ਛੱਡ ਕੇ ਦਸ਼ਮਲਵ ਲਗਾ ਦਿਓ ਜੀ। ਯਾਨੀ ਕਿ ਇੱਕ ਵਾਰ ਦੇ ਵਿੱਚ ਇੰਨੀ ਵਾਰ ਤੁਹਾਨੂੰ ਚਾਹੀਦੀ ਹੈ।
इस लई एक वारी विच चाहिदी तार की लंबाई बराबर आ गया जी 2.4 किलोमीटर। तो तुसी 4 कतारां बनानी है तो 4 वार तुहानूं कितनी चाहिए है, 4 नाल गुणा कर लवो। 2.4 नूं 4 ते गुणा करके देखियो तुहाडा 9.6 किलोमीटर आंसर आ जाएगा। आओ अगे 6वां क्वेश्चन करके देखिए। त्रिभुज दीआं भुजावां 3 सेंटीमीटर 4 सेंटीमीटर ते 5 सेंटीमीटर हैं। परिमाप पता करना है। आप अभ्यास शुरू कर लगे इस तरह का एक प्रश्न करके आए सी। आओ देखिए। ए भाग 3 भुजावां है 3 सेंटीमीटर 4 सेंटीमीटर ते 5 सेंटीमीटर। लिखते हैं जी आप त्रिभुज का परिमाप तिन्ने भुजावां का जोड़ कर लो। 3 + 4 + 5 5 4 9 ते 3 12 सेंटीमीटर आंसर। बी भाग है जी समभुजी त्रिभुज जिहदी एक भुजा की लंबाई 9 सेंटीमीटर है। लो समभुजी त्रिभुज है तिन्ने भुजावां की लंबाई 9 सेंटीमीटर है। तो लिखो समभुजी त्रिभुज का परिमाप। इहदा देखो तिन्ने भुजावां आपस में बराबर है तो तुसीं चाहो तो सीधा भी फार्मूला वरत सकते हो। 3 गुणा भुजा 3 आया 27 सेंटीमीटर आंसर। जा समभुजी त्रिभुज का परिमाप तिन्ने भुजावां जोड़ लो 9 + 9 + 9 27 सेंटीमीटर। जिहड़ा मर्जी मैथड यूज़ कर सकते हो तुसीं। इहदा सी भाग देखो। एक समदोभुजी त्रिभुज जिहदी हरेक समान भुजा 8 सेंटीमीटर है और तीसरी भुजा 6 सेंटीमीटर है। समदोभुजी त्रिभुज किहड़ी हुंदी है जी जिस दियां 2 भुजावां होण बराबर। तो दोहें बराबर भुजावां 8-8 सेंटीमीटर है। तीजी भुजा हैगी है जी 6 सेंटीमीटर। तो पता कर दी है जी समदोभुजी त्रिभुज का परिमाप। लो तिन्ने भुजावां दीयां लंबाइयां जोड़न लगा मैं। 8 + 8 + 6 8 ते 8 16 16 6 जोड़े 22 सेंटीमीटर आंसर। आओ अगला प्रश्न करके देखिए। कहना जी एक त्रिभुज का परिमाप पता करो जिहदियां भुजावां 10 सेंटीमीटर 14 सेंटीमीटर ते 15 सेंटीमीटर हैं। ये सेम है जी रकम जिहड़ा 6वें का ए भाग किया आप कर लेना है। 8वां करते हैं सम 6 भुज का परिमाप पता करो जिहदी हरेक भुजा की लंबाई 8 मीटर है। लो जी देखो सम 6 भुज यानी कि अजिही आकृति जिहदियां 6 दियां 6 भुजावां बराबर है। नाम रखना चाहो तो रख सकते हो ABCD E ते F। तो यदि हरेक भुजा की लंबाई 8 मीटर सानू दी हुई है। इत्थे लिख दीए सम 6 भुज की भुजा की लंबाई बराबर है जी 8 मीटर। हुण नोट करो यदियां 6 भुजावां है तो 6 दियां 6 भुजावां का माप बराबर है। इस करके सम 6 भुज का परिमाप चाहो तो 8 नूं 6 वारी जोड़ लो नहीं तो सीधा 6 गुणा भुजा कर लो। 6 × 8 6 8 48 मीटर आंसर। आओ अगला एक प्रश्न होर करके देखिए। 9वां प्रश्न एक वर्ग की भुजा की लंबाई पता करो जिसका परिमाप 20 मीटर है। वर्ग का परिमाप दिता तो भुजा की लंबाई पूछ ली। मैनू तो सिर्फ इक्को गल पता है वर्ग के परिमाप का सूत्र। वर्ग का परिमाप दिता होया जी 20 मीटर। बराबर थले बराबर पाओ 20 थले 20 पाओ। पता की करना चाहते हैं भुजा की लंबाई। तो परिमाप के हेठां परिमाप का सूत्र ये हुंदा जी 4 गुणा भुजा। 4 देखो खब्बे हत्थ गुणा च है इनू सज्जे हत्थ लै जाओ भाग दे विच हो गया। 4 एकम 4 4 5 20 तो भुजा की लंबाई तुहाडा 20 मीटर आंसर आ गया। 10वां सम 5 भुज का परिमाप 100 सेंटीमीटर है। हरेक भुजा की लंबाई पता करो। लो सम 5 भुज का परिमाप 100 सेंटीमीटर। हुण नोट करो
5 ਭੁਜਾਵਾਂ ਤੇ ਪੰਜੇ ਦੀਆਂ ਪੰਜੇ ਬਰਾਬਰ ਹੈ ਤਾਂ ਪਰਿਮਾਪ ਦਾ ਸੂਤਰ ਹੋ ਗਿਆ 5 ਗੁਣਾ ਭੁਜਾ। ਸਾਨੂੰ ਭੁਜਾ ਦੀ ਲੰਬਾਈ ਚਾਹੀਦੀ ਹੈ, 5 ਗੁਣਾ 'ਚ ਹੈ, ਸੱਜੇ ਹੱਥ ਜਾ ਕੇ ਭਾਗ 'ਚ ਹੋ ਗਿਆ, 5 ਏਕਮ 5, 5 ਦੂਣੀ 10, ਸਿਫਰ ਨਾਲ ਲੱਗ ਗਈ 20 ਸੈਂਟੀਮੀਟਰ ਆਨਸਰ। ਆਓ ਹੁਣ ਅੱਗੇ 11ਵਾਂ ਪ੍ਰਸ਼ਨ ਹੱਲ ਕਰਦੇ ਹਾਂ। ਲਓ ਜੀ ਹੁਣ ਕਰਦੇ ਹਾਂ 11ਵਾਂ ਪ੍ਰਸ਼ਨ। ਇੱਕ ਧਾਗੇ ਦਾ ਟੁਕੜਾ 30 ਸੈਂਟੀਮੀਟਰ ਲੰਬਾਈ ਦਾ ਹੈ, ਹਰੇਕ ਭੁਜਾ ਦੀ ਲੰਬਾਈ ਕਿੰਨੀ ਹੋਵੇਗੀ ਜੇਕਰ ਧਾਗੇ ਨਾਲ ਬਣਾਇਆ ਜਾਂਦਾ ਹੈ? ਨੰਬਰ ਏ ਭਾਗ, ਇੱਕ ਵਰਗ, ਇੱਕ ਸਮਭੁਜੀ ਤ੍ਰਿਭੁਜ ਤੇ ਇੱਕ ਸਮਛੇਭੁਜ। ਦੇਖੋ ਮੰਨ ਲਵੋ ਇਹ ਧਾਗੇ ਦਾ ਟੁਕੜਾ 30 ਸੈਂਟੀਮੀਟਰ ਲੰਬਾਈ ਦਾ ਹੈ, ਆਹ ਟੁਕੜਾ ਲੰਬਾਈ ਇਹਦੀ 30 ਸੈਂਟੀਮੀਟਰ ਹੈ। ਹੁਣ ਮੈਂ ਧਾਗੇ ਨੂੰ ਮੋੜ ਕੇ ਕੀ ਕੀਤਾ, ਇੱਕ ਵਰਗ ਦੀ ਸ਼ੇਪ ਦੇ ਲਈ ਵਰਗ ਬਣਾ ਲਿਆ। ਹੁਣ ਥੋੜਾ ਨੋਟ ਕਰੋ, ਵਰਗ ਦੇ ਵਿੱਚ ਧਾਗਾ ਕਿੱਥੇ ਕਿੱਥੇ ਲੱਗਾ ਹੈ? ਧਾਗੇ ਦੀ ਲੰਬਾਈ ਸੀ 30 ਸੈਂਟੀਮੀਟਰ, ਉਹ ਸਾਰਾ ਕਿੱਥੇ ਲੱਗ ਗਿਆ? ਵਰਗ ਦੇ ਪਰਿਮਾਪ ਦੇ ਉੱਤੇ। ਯਾਨੀ ਕਿ ਜਿੰਨੀ ਧਾਗੇ ਦੀ ਲੰਬਾਈ ਸੀ ਉਹ ਬਦਲ ਗਈ ਵਰਗ ਦੇ ਪਰਿਮਾਪ ਦੇ ਵਿੱਚ। ਤਾਂ ਆਪਾਂ ਇੱਥੇ ਲਿਖਦੇ ਹਾਂ ਇਹ ਭਾਗ ਵਰਗ ਦਾ ਪਰਿਮਾਪ ਬਰਾਬਰ ਧਾਗੇ ਦੀ ਲੰਬਾਈ। ਧਾਗੇ ਦੀ ਲੰਬਾਈ ਹੈ ਜੀ 30 ਸੈਂਟੀਮੀਟਰ ਤੇ ਵਰਗ ਦੇ ਪਰਿਮਾਪ ਦਾ ਸੂਤਰ ਹੁੰਦਾ ਜੀ 4 ਗੁਣਾ ਭੁਜਾ। ਅੱਛਾ ਹੁਣ ਭੁਜਾ ਪਤਾ ਕਰ ਲਈਏ। 4 ਗੁਣਾ ਦੇ ਵਿੱਚ ਸੱਜੇ ਪਾਸੇ ਜਾ ਕੇ ਭਾਗ ਦੇ ਵਿੱਚ ਹੋ ਗਿਆ 2 ਦੂਣੀ 4, 2 15 30, 15 ਨੂੰ 2 ਤੇ ਭਾਗ ਕਰੀਏ। 2 ਦਾ ਪਹਾੜਾ ਪਹਿਲਾਂ ਇੱਕ ਥੱਲੇ ਪੜੋ ਨਹੀਂ ਜਾਂਦਾ, ਇੱਕ ਹੋਰ ਆਪਾਂ ਨੂੰ ਹਾਸਲ ਲੈਣਾ ਪਏਗਾ, ਇੱਥੇ ਲੱਗ ਗਿਆ 0। 2 7 14, 5 ਚੋਂ 4 ਘਟਾਇਆ 1, 2 ਦੇ ਪਹਾੜੇ ਤੇ 1 ਨਹੀਂ ਆਉਂਦਾ ਤਾਂ ਇੱਥੇ ਲਗਾਓ ਜੀ ਦਸ਼ਮਲਵ, ਇੱਥੇ ਲਗਾਓ ਜੀ 0, ਦਸ਼ਮਲਵ ਦੀ 0 ਲੱਗ ਗਈ। 2 5 10, ਇਹ ਆ ਗਿਆ ਜੀ 7.5 ਸੈਂਟੀਮੀਟਰ ਆਨਸਰ। ਹੁਣ ਬੀ ਭਾਗ ਦੇਖੋ, ਇਸੇ ਤਰੀਕੇ ਨਾਲ ਧਾਗੇ ਤੋਂ ਬਣਾਈ ਹੈ ਜੀ ਉਸ 'ਚ ਇੱਕ ਸਮਭੁਜੀ ਤ੍ਰਿਭੁਜ, ਯਾਨੀ ਕਿ ਜਿਹਦੀਆਂ ਤਿੰਨੇ ਭੁਜਾਵਾਂ ਬਰਾਬਰ ਹੈ, ਸਮਭੁਜੀ ਤ੍ਰਿਭੁਜ ਦੀਆਂ ਤਿੰਨੇ ਭੁਜਾਵਾਂ। ਤਾਂ ਨੋਟ ਕਰੋ ਜਿੰਨੀ ਧਾਗੇ ਦੀ ਲੰਬਾਈ ਹੈ ਉਹਨਾਂ ਕਿੰਨਾ ਹੋ ਗਿਆ ਸਮਭੁਜੀ ਤ੍ਰਿਭੁਜ ਦਾ ਪਰਿਮਾਪ, ਕਿਉਂਕਿ ਧਾਗਾ ਸਾਰਾ ਪਰਿਮਾਪ ਦੇ ਵਿੱਚ ਲੱਗ ਗਿਆ। ਤਾਂ ਇੱਥੇ ਲਿਖਦੇ ਹਾਂ ਸਮਭੁਜੀ ਤ੍ਰਿਭੁਜ ਦਾ ਪਰਿਮਾਪ ਬਰਾਬਰ ਧਾਗੇ ਦੀ ਲੰਬਾਈ। ਲੰਬਾਈ ਹੈ ਜੀ 30 ਸੈਂਟੀਮੀਟਰ, ਪਰਿਮਾਪ ਹੈ 3 ਗੁਣਾ ਭੁਜਾ, ਕਿਉਂਕਿ ਸਮਭੁਜੀ ਤ੍ਰਿਭੁਜ ਤਿੰਨੇ ਭੁਜਾਵਾਂ ਬਰਾਬਰ ਹੁੰਦੀਆਂ। ਤਾਂ ਭੁਜਾ ਦੀ ਲੰਬਾਈ ਪਤਾ ਕਰ ਲਈਏ। 3 ਸੱਜੇ ਪਾਸੇ ਜਾ ਕੇ ਭਾਗ ਹੋ ਗਿਆ, 30 ਨੂੰ 3 ਨਾਲ ਭਾਗ ਕਰੋਗੇ 10 ਸੈਂਟੀਮੀਟਰ ਆਨਸਰ। ਇਸੇ ਤਰ੍ਹਾਂ ਸੀ ਭਾਗ ਦੇ ਵਿੱਚ ਸਮਛੇਭੁਜ ਹੈ, ਤਾਂ ਇੱਥੇ ਤੁਹਾਡਾ ਆ ਜਾਏਗਾ ਜੀ ਸਮਛੇਭੁਜ ਦਾ ਪਰਿਮਾਪ ਬਰਾਬਰ ਧਾਗੇ ਦੀ ਲੰਬਾਈ। ਧਾਗੇ ਦੀ ਲੰਬਾਈ 30 ਸੈਂਟੀਮੀਟਰ, ਸਮਛੇਭੁਜ ਹੈ 6 ਦੀਆਂ 6 ਭੁਜਾਵਾਂ ਬਰਾਬਰ ਹੈ, ਤਾਂ 6 ਗੁਣਾ ਭੁਜਾ ਹੋ ਗਿਆ ਇਹਦੇ ਪਰਿਮਾਪ ਦਾ ਸੂਤਰ। 6 ਸੱਜੇ ਪਾਸੇ ਜਾ ਕੇ ਭਾਗ ਹੋ ਗਿਆ, 6 ਏਕਮ 6, 6 5 30, 5 ਸੈਂਟੀਮੀਟਰ ਸਮਛੇਭੁਜੀ ਤ੍ਰਿਭੁਜ ਦੀ ਇੱਕ ਭੁਜਾ ਆ ਚੁੱਕੀ ਹੈ। ਆਓ ਅਗਲਾ ਪ੍ਰਸ਼ਨ 12ਵਾਂ ਹੋਰ ਕਰਕੇ ਦੇਖਦੇ ਹਾਂ। ਤ੍ਰਿਭੁਜ ਦੀਆਂ ਦੋ ਭੁਜਾਵਾਂ 12 ਤੇ 14 ਸੈਂਟੀਮੀਟਰ ਹੈ, ਪਰਿਮਾਪ ਦੇ ਤਾਂ 36 ਸੈਂਟੀਮੀਟਰ। ਤੀਜੀ ਭੁਜਾ ਪਤਾ ਕਰਨੀ ਹੈ। ਲਓ ਦੇਖੋ ਦੋ ਭੁਜਾਵਾਂ ਦਿੱਤੀਆਂ 14 ਸੈਂਟੀਮੀਟਰ 12 ਸੈਂਟੀਮੀਟਰ, ਤੀਸਰੀ ਭੁਜਾ ਮੰਨ ਲਓ ਜੀ x ਸੈਂਟੀਮੀਟਰ ਹੈ। ਤੁਸੀਂ ਲਿਖਣਾ ਇੱਥੇ ਤ੍ਰਿਭੁਜ ਦਾ ਪਰਿਮਾਪ ਬਰਾਬਰ 36 ਸੈਂਟੀਮੀਟਰ। ਤਿੰਨੇ ਭੁਜਾਵਾਂ ਦੀਆਂ ਲੰਬਾਈਆਂ ਜੋੜ ਲਓ 14 12 ਤੇ x। 14 'ਚ 12 ਜੋੜਿਆ 26 ਬਰਾਬਰ ਥੱਲੇ ਬਰਾਬਰ, 36 ਥੱਲੇ 36 ਉਤਾਰ ਲਓ। x ਹੇਠਾਂ x ਆਪਾਂ ਨੂੰ ਤੀਜੀ ਭੁਜਾ ਚਾਹੀਦੀ ਹੈ। 26 ਸੱਜੇ ਹੱਥ ਜਾਓ ਭੇਜੋ, ਖੱਬੇ ਹੱਥ ਪਲੱਸ ਹੈ, ਸੱਜੇ ਹੱਥ ਜਾ ਕੇ ਮਾਈਨਸ ਹੋ ਗਿਆ, ਤਾਂ 36 ਚੋਂ 26 ਘਟਾਏ 10 ਆ ਗਿਆ ਜੀ ਤੁਹਾਡਾ ਉੱਤਰ। ਇਸ ਕਰਕੇ ਤੀਸਰੀ ਭੁਜਾ ਜਿਹੜੀ ਕਿ ਅਸੀਂ x ਮੰਨੀ ਹੈ ਬਰਾਬਰ ਆ ਗਿਆ 10 ਸੈਂਟੀਮੀਟਰ ਆਨਸਰ। ਆਓ ਅਗਲਾ ਪ੍ਰਸ਼ਨ ਹੋਰ ਹੱਲ ਕਰਕੇ ਦੇਖੀਏ। ਅੱਗੇ ਅਸੀਂ ਪ੍ਰਸ਼ਨ ਕਰਦੇ ਹਾਂ ਜੀ 14ਵਾਂ। ਇੱਕ ਆਇਤਾਕਾਰ ਬਗੀਚਾ ਜਿਹਦੀ ਲੰਬਾਈ 175 ਮੀਟਰ ਚੌੜਾਈ 125 ਮੀਟਰ ਹੈ, ਚਾਰੇ ਪਾਸੇ 12 ਰੁਪਏ ਪ੍ਰਤੀ ਮੀਟਰ ਦੀ ਦਰ ਨਾਲ ਵਾੜ ਲਗਾਉਣ ਦਾ ਕੁੱਲ ਖਰਚਾ ਪਤਾ ਕਰੋ।
देखो वाड़ हमेशा किनारियां ते लगती है, यानी कि सानू पता करना पैना इसका परिमाप। तो 14वां प्रश्न, आयताकार बगीचे की लंबाई 175 मीटर ते बगीचे की चौड़ाई 125 मीटर। आयताकार बगीचे का परिमाप फार्मूला हुंदा जी 2 गुणा लंबाई प्लस चौड़ाई। लंबाई की जगह तो 175, चौड़ाई की थां ते 125। अच्छा पहला ब्रैकेट सॉल्व करनी है। 175 दे विच 125 जोड़ोगे ये आ जाएगा जी 300। 300 दूना 3 दूनी 6, 2 सिफर नाल लगा लो, परिमाप आ चुका है तुहाडा 600 मीटर। अच्छा हुण देखो 1 मीटर वाड़ लगानी है तो 12 रुपये उसका खर्चा है। 1 मीटर वाड़ करन दा खर्च रुपये 12, सानू चाहिए है जी 600 मीटर वाड़ करन दा खर्च, तो वध होएगा ना, 600 नाल गुणा कर लो। 12 6 72, 2 सिफर गिन के नाल ला दिओ, 7200 रुपये आंसर। हुण देखो 15वां प्रश्न, स्वीटी 75 मीटर भुजा वाले वर्ग के चारे पासे दौड़ लगाउंदी है। बुलबुल 60 मीटर लंबाई और 45 मीटर चौड़ाई वाले आयत के चारे पासे दौड़ लगाउंदी है। लो जी पहला दोनों डायग्राम अलग अलग बना दीए। इत्थे स्वीटी है तो इत्थे है बुलबुल। स्वीटी दौड़ लगा रही है वर्ग के दुआले, जिहदी एक भुजा का माप है 75 मीटर। बुलबुल आयत के आसे पासे दौड़ लगा रही है। लंबाई है जी 60 मीटर, चौड़ाई है 45 मीटर। दसना किहड़ी घट दूरी तय करती है। अच्छा दौड़ देखो किनारियां ते लगा रहे है, तो तुसी एक चक्कर विच तय दूरी यानी कि वर्ग का परिमाप आ गया। हमेशा दौड़ लगती है तो किनारियां उत्ते लगती है। सूत्र परिमाप का वर्ग का 4 गुणा भुजा, 4 गुणा 75, ये आ गया जी 300 मीटर। इस तरीके नाल एक चक्कर विच तय दूरी बराबर आयत का परिमाप 2 गुणा लंबाई प्लस चौड़ाई। लंबाई 60, चौड़ाई 45। पहला ब्रैकेट हल करिए, 60 च 45 जोड़िए 105, दुगुना कर दीजिए जी 2 नाल गुणा 210 मीटर। तो हुण देखो जी किने घट दूरी तय की है, बुलबुल ने 210 मीटर दूरी तय की है ना, स्वीटी ने तो 300 मीटर दूरी तय की है। इस करके बुलबुल ने घट दूरी तय की है, आंसर। अच्छा देखो जी 16वां क्वेश्चन तुसी आप करना है। आकृतियों का परिमाप पता करना है। पहले केस च वर्ग है, दूसरे केस च आयत है, फिर आयत है। इत्थे देखो एक त्रिभुज है, सम 2 भुजी त्रिभुज है, तो इन्हां दे परिमाप तुसी आप पता कर लेने है। तुसी हैरान होवोगे देख के कि सारियां भुजावां अलग अलग होने के बावजूद इस प्रश्न के सारियां दा परिमाप बराबर आ रहा होगा। यानी पूछा ना की निचोड़ कढ़दे हो, कुदरती सारियां दा जदों परिमाप करोगे वक्रो वखरा तो वो सेम आ रहा होएगा। आओ असीं अगला भाग